पिछले साल कराली के नेड़ले 8 पिंडां दे विच जिहड़ा है बरसात के मौसम के विच ज़्यादा गड़ेमारी हुई थी, जिसके कारण गड़ेमारी के कारण जिहड़ा है किसानां दी जिहड़ी है सारी ही फसल कणक दी जिहड़ी है तबाह हो गई थी। फसल के नाल नाल जिहड़ा है पशुओं का चारा तक भी जिहड़ा तबाह हो गया, तो उन्होंने जिहड़ा मुल लिया के किसानां नूं जिहड़ा है पशु पालने पे सी, जिस दे नाल खर्र दे SDM हिमांशु जैन ते होरां ने भी कई अफसरां ने दौरा किया ते आश्वासन दिता था कि हर किसान नूं मुआवजा दिता जाएगा। पर 1 साल बीतण तो बाद भी मुआवजा ना मिलण कारण जिहड़ा है अज किसानां वल्लों कुराली के नेड़ले पिंड मुंदो संगतियां दे विच पत्रकार वार्ता की गई। आओ तुहानूं ले चलदे हां सीधा ही उत्थे की कहना चाहते हैं। लोक हित कमीशन के मैंबर आए ने उरे किसानों के नाल, उन्होंने सरकार नूं चेतावनी दी है। की चेतावनी दी है, की किसान कहना चाहते हैं, की लोक हित कमीशन के जिहड़े मैंबर ने वो कहना चाहते हैं, आओ तुहानूं सुणांदे हां। चाहे गरीब आदमी काम करने वाला होवे, MLA का काम भोगां ते हां पर घूमना नहीं, MLA का काम कानून बनाउणा है, विधान सभा च बैठ आपां ओनूं पुलिसी करी जांदे, मेरे मुंडे दे विआह नूं आजू, मेरे आजू मेरे भोग नूं आजू, बल्ले बल्ले सारे फुੱਫੜਾਂ नूं पासा भगा भगा मारदे, फलाना आ गया ਜਿਹਦਾ ਗੋਹਾ ਗਿਰਦਾ ਕਿਤੇ ਉਹ ਫੇਰ ਖੜਾ ਹੋ ਗਿਆ। ਇਹੋ ਜਿਹੇ ਕਦੋਂ 5 ਪਿਆਰੇ ਬਣਦੇ, ਉਹ ਪਿਆਰੇ ਹੈ। ਆਪਾਂ ਕਾਹਦੇ ਅਸੀਂ ਢੌਂਗੀਆਂ ਵਿਦਾੜੀਆਂ ਚੀਜ਼ਾਂ ਕੁਝ ਨਹੀਂ, ਆਪਣੇ ਆਪ ਤੇ ਆਪਣਾ ਮੂਲ ਪਛਾਣੋ ਯਾਰ। ਲੜਾਈ ਲੜਨੀ ਪੈਣੀ ਹੈ ਤੁਹਾਨੂੰ, ਪਾਰਟੀਆਂ ਪਿੱਛੇ ਨਾ ਲੱਗੋ। ਮੈਂ ਕਿਸੇ ਪਾਰਟੀ ਨੂੰ ਮਾੜਾ ਨਹੀਂ ਕਹਿੰਦਾ, ਚੰਗਾ ਨਹੀਂ ਕਹਿੰਦਾ, ਉਹ ਕਿਸੇ ਦੀ ਮਰਜ਼ੀ, ਆਪ ਦੀ ਮਰਜ਼ੀ ਹੈ। ਪਰ ਜੇ ਤੁਸੀਂ ਆਪਣੇ ਆਪ ਨੂੰ ਆਪਣੇ ਪਿੰਡ ਲੈਵਲ ਤੇ ਤੁਸੀਂ ਬੰਦਿਆਂ ਨੂੰ 5 ਬੰਦੇ ਚੁਣ ਲਓ, ਕੋਈ ABCD ਮੈਨੂੰ ਨਹੀਂ ਪਤਾ ਕੌਣ, ਕਿਸੇ ਪਾਰਟੀ ਦੇ ਹੁਣ ਇਹ ਵੀ ਗੱਲ ਨਹੀਂ, ਉਹ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਭਾਈ ਭਤੀਜਾ ਵਾ ਤੋਂ ਉੱਪਰ ਉੱਠ ਕੇ ਹੱਕ ਨਿਆਂ ਦੀ ਗੱਲ ਕਰਨ। ਬੰਦੇ ਚੁਣੋ ਇਹ ਜਿਹੜੇ ਹੱਕ ਨਿਆਂ ਦੀ ਗੱਲ ਕਰਨ, ਅਮੀਰ ਗਰੀਬ ਦੀ ਨਹੀਂ ਛੱਡਦੇ। ਹਾਂਜੀ, ਮੈਂ ਤਾਂ ਰਵਿੰਦਰ ਸਿੰਘ ਬੈਂਸ ਹਾਂ। ਮੈਂ ਲੋਕ ਹਿਤ ਮਿਸ਼ਨ ਜਿਹੜਾ ਬਲਾਕ ਮਾਜਰੀ ਤੋਂ ਸਟਾਰਟ ਹੋਇਆ ਸੀ, ਜ਼ਿਲ੍ਹਾ ਮੋਹਾਲੀ ਦਾ ਹੈ, ਮੈਂ ਉਹਦਾ ਮੈਂਬਰ ਹਾਂ। ਸਾਡੇ ਟੀਮ ਇੱਥੇ ਆਈ ਹੋਈ ਅੱਜ ਮੁੰਦੋਂ। ਤੇ ਸਰ ਅੱਜ ਜਿਹੜੀ ਹੈ ਤੁਹਾਡੀ ਲੋਕ ਹਿਤ ਮਿਸ਼ਨ ਦੀ ਜਿਹੜੀ ਟੀਮ ਉਰੇ ਮੁੰਦੋ ਦੇ ਵਿੱਚ ਆਈ ਹੈ, ਪਤਾ ਲੱਗਿਆ ਕਿ 1 ਸਾਲ ਦੇ ਕਰੀਬ ਜਿਹੜਾ ਹੋ ਗਿਆ ਫਸਲਾਂ ਦੇ ਉੱਤੇ ਗੜੇਮਾਰੀ ਹੋਈ ਸੀ, ਪਰ ਹਜੇ ਤੱਕ ਜਿਹੜਾ ਕਿਸਾਨਾਂ ਨੂੰ ਕੋਈ ਮੁਆਵਜ਼ਾ ਨਹੀਂ ਮਿਲਿਆ ਹੈਗਾ। ਤੇ ਅੱਜ ਜਿਹੜੀ ਹੈ ਪ੍ਰੈਸ ਕਾਨਫਰੰਸ ਕੀਤੀ ਗਈ ਹੈ, ਮੀਟਿੰਗ ਕੀਤੀ ਗਈ ਹੈ, ਕੀ ਕਹਿਣਾ ਚਾਹੁੰਦੇ ਹੋ ਇਹਦੇ ਬਾਰੇ? ਦੇਖੋ, ਲੋਕਾਂ ਦੀ ਮੁੱਖ ਫਸਲ ਹੈ ਜਿਹੜੀ ਉਹ ਕਣਕ ਹੁੰਦੀ ਹੈ। ਕਣਕ ਦੇ ਸਿਰ ਤੇ ਲੋਕਾਂ ਨੇ ਬਹੁਤ ਕੁਝ ਚਿਤਵਿਆ ਹੁੰਦਾ, ਮੈਂ ਆਹ ਕਰਨਾ, ਮੈਂ ਆਹ ਕਰਨਾ, ਮੈਂ ਆਹ ਕਰਨਾ। ਪਿਛਲੇ ਮਾਰਚ ਦੇ ਵਿੱਚ 12-13 ਦੀ ਰਾਤ ਨੂੰ, ਮਾਰਚ ਦੀ ਨੂੰ 2020 ਚ ਇੰਨੇ ਗੜੇ ਪਏ ਕਿ 100% ਜਿਹੜਾ ਲਾਸ ਹੋ ਗਿਆ ਫਸਲ ਦਾ, ਗੰਨੇ ਦਾ, ਕਣਕ ਦਾ, ਬਰਸੀਨ ਦਾ। ਉਹਦੇ ਵਾਸਤੇ ਨਾ ਲੋਕਾਂ ਕੋਲ ਖਾਣ ਲਈ ਦਾਣੇ ਬਚੇ, 7-8 ਪਿੰਡਾਂ ਦੇ ਜਿਹੜੇ ਸੀਗੇ ਨਾ ਕੋਈ ਦਾਣੇ ਬਚੇ, ਨਾ ਕੋਈ ਕੱਖ ਬਚੇ। ਤੋ ਉਹਦੇ ਬਦਲਕ ਚਲੋ ਇਹ ਜਿਹੜੀ ਕੁਦਰਤੀ ਜਿਹੜੀ ਆਫਤ ਹੈ ਇਹ ਕਿਸੇ ਦੇ ਬਸ ਨਹੀਂ ਹੈ, ਪਰ ਸਰਕਾਰਾਂ ਜਿਹੜੀਆਂ ਅਸੀਂ ਚੁਣਦੇ ਹਾਂ ਉਹਨਾਂ ਨੂੰ ਇਹਦੇ ਵਾਸਤੇ ਮੁਆਵਜ਼ਾ ਦੇਣਾ ਬਣਦਾ, ਜਿਹੜਾ ਕਿ ਅੱਗੇ ਦਿੱਤਾ ਵੀ ਜਾਂਦਾ। ਕੋਈ ਵੀ ਤਰਾਸਦੀਆਂ ਦੇ ਹੜ੍ਹ ਆ ਜਾਣ, ਸੋਕਾ ਪੈ ਜੇ, ਦਿੱਤਾ ਜਾਂਦਾ ਹੈ ਸਰਕਾਰਾਂ ਵੱਲੋਂ, ਇਹ ਪ੍ਰਾਵਧਾਨ ਹੈ। ਪਰ ਇਹੀ ਜੀ ਬਦਕਿਸਮਤੀ ਹੈ ਕਿ ਇਹ 7-8 ਪਿੰਡਾਂ ਨੂੰ 100% ਖਰਾਬਾ ਹੋਣ ਦੇ ਬਾਵਜੂਦ, ਬਾਰ-ਬਾਰ ਯਾਦ ਪੱਤਰ ਦੇਣ ਦੇ ਬਾਵਜੂਦ, ਸਰਕਾਰੀ ਦਰਬਾਰੇ ਵਫਦ ਲੈ ਕੇ ਮਿਲਣ ਦੇ ਬਾਵਜੂਦ ਵੀ ਕੋਈ ਰੁਪਈਆ ਅਜੇ ਤੱਕ ਮੁਆਵਜ਼ਾ ਨਹੀਂ ਦਿੱਤਾ। ਉਸ ਨੂੰ ਲੈ ਕੇ ਇਹ ਵੱਖ-ਵੱਖ ਪਾਰਟੀਆਂ ਕੋਲ ਵੀ ਗਏ ਹੈ, ਸਰਕਾਰ ਕੋਲ ਵੀ ਗਏ ਹੈ, ਪ੍ਰਸ਼ਾਸਨ ਕੋਲ ਵੀ ਗਏ ਹੈ। ਉਸ ਨੂੰ ਲੈ ਕੇ ਸਾਡੇ ਲੋਕ ਹਿਤ ਮਿਸ਼ਨ ਦੀ ਟੀਮ ਕੋਲ ਆਏ, ਅਸੀਂ ਵੀ ਉਹਨਾਂ ਨੇ ਕਿਹਾ ਸਾਡਾ ਇਹ ਮਸਲਾ ਚੁੱਕੋ। ਅਸੀਂ ਕਿਹਾ ਵੀ ਅਸੀਂ ਤੁਹਾਡੇ ਨਾਲ ਹੈ। ਹੁਣ ਜੋ ਵੀ ਤੁਸੀਂ ਮਸਲਾ ਹੈਗਾ, ਉਹ ਮਸਲੇ ਦੇ ਹੱਲ ਲਈ ਅਸੀਂ ਹੁਣ ਅਗਲੀ ਜਿਹੜੀ ਰਣਨੀਤੀ ਅਪਣਾਈ ਹੈ। ਇਹਨਾਂ ਦੇ ਨੇ ਕਿਹਾ ਕਿ ਅਸੀਂ ਮਤਲਬ ਕਿ ਰੋਡ ਜਾਮ ਕਰਨ ਦਾ ਜਿਹੜਾ ਪਲਾਨ ਹੈ ਉਹ 4 ਤਰੀਕ ਨੂੰ ਕਰਿਆ। ਸਾਨੂੰ ਪਤਾ ਕਿ ਕਰੋਨਾ ਦਾ ਕਾਲ ਹੈ, ਇਹ ਦੂਰ ਹੋਣਾ ਚਾਹੀਦਾ, ਪਰ ਗੱਲ ਇਹ ਹੈ ਵੀ ਜੇ ਕਰੋਨਾ ਨਾਲ ਨਾ ਮਰੇ ਤਾਂ ਭੁੱਖਮਰੀ ਨਾਲ ਮਰ ਜਾਣਾ। ਤੇ ਬੈਂਸ ਸਾਹਿਬ, ਜੇ ਆਪਾਂ ਗੱਲ ਕਰੀਏ ਕਿਉਂ ਸੰਘਰਸ਼ ਦਾ ਜਿਹੜਾ ਤੁਹਾਨੂੰ ਰਸਤਾ ਅਪਣਾਉਣਾ ਪਿਆ, 1 ਸਾਲ ਹੋ ਗਏ, ਕਿਆ ਸਰਕਾਰ ਨੇ ਕਿਉਂ ਅਣਦੇਖਿਆ ਕੀਤਾ ਜੀ, ਜਦੋਂ ਕਿ ਪੂਰੀ ਤਰ੍ਹਾਂ ਤੁਸੀਂ ਕਹਿੰਦੇ ਆ ਫਸਲ ਖਰਾਬ ਹੋ ਗਈ ਸੀ? ਇਸ ਕਿਉਂ ਦਾ ਜਵਾਬ ਤਾਂ ਜੀ ਸਰਕਾਰੇ ਦੇ ਸਕਦੀ ਹੈ ਕਿ ਲੋਕਾਂ ਨੂੰ, ਉਹਨਾਂ ਨੂੰ ਲੋਕਾਂ ਦੀ ਐਡੀ ਬੜੀ ਲੋਕਾਂ ਦਾ ਲਾਸ ਹੋਇਆ ਹੈ, ਲੋਕਾਂ ਕੋਲ ਖਾਣ ਨੂੰ ਦਾਣੇ ਨਹੀਂ ਬਚੇ, ਉਹਨਾਂ ਨੂੰ ਕੁਝ ਨਾ ਕੁਝ ਮੁਆਵਜ਼ਾ ਤਾਂ ਦਿੱਤਾ ਜਾਵੇ ਨਾ। ਪਹਿਲਾਂ ਹੀ ਕਰਜ਼ਾਈ ਲੋਕ ਹੈ, ਲੋਕਾਂ ਨੇ ਕੱਖਾਂ ਮੈਸਾਂ ਰੱਖੀਆਂ ਹੋਈਆਂ, ਦੁੱਧ ਪਾਉਣੇ ਆ, ਉਹਨਾਂ ਵਾਸਤੇ ਕੋਈ ਕੁਝ ਬਚਿਆ ਹੀ ਨਹੀਂ। ਲੱਖਾਂ ਰੁਪਏ ਦੇ ਕਰਜ਼ਾਈ ਹੋ ਗਏ ਲੋਕ। ਮਤਲਬ ਸਰਕਾਰ ਨੂੰ ਮੁਆਵਜ਼ਾ ਦੇਣਾ ਬਣਦਾ, ਇਹਦੇ ਵਾਸਤੇ ਪ੍ਰਾਵਧਾਨ ਹੁੰਦਾ ਸਰਕਾਰਾਂ ਕੋਲ, ਉਹ ਕਰਨ।
ਅਗਰ 4 ਤਰੀਕ ਨੂੰ ਵੀ ਜੇ ਤੁਸੀਂ ਕਿਹਾ ਕਿ ਰੋਡ ਜਾਮ ਕਰੀ ਜਾਵੇਗੀ, ਬਹੁਤ ਵੱਡਾ ਜਿਹੜਾ ਇਕੱਠ ਹੋਵੇਗਾ, ਤੇ ਜੇਕਰ ਗੱਲ ਕਰੀਏ ਕਰੋਨਾ ਨੂੰ ਦੇਖਦੇ ਹੋਏ ਪੁਲਿਸ ਵੀ ਤੁਹਾਡੇ ਤੇ ਸਖਤੀ ਕਰ ਸਕਦੀ ਹੈ ਕਿ ਇਕੱਠ ਨਹੀਂ ਪੁਲਿਸ ਸਖਤੀ ਹੈ, ਡੰਡੇ ਮਾਰੂਗੀ, ਮਾਰ ਲਵੇ, ਹੋਰ ਕੀ ਕਰ ਸਕਦੇ? ਮਤਲਬ ਡੰਡੇ ਗੋਲੀਆਂ ਮਾਰਦੇ ਨੇ, ਹੋਰ ਕੀ? ਉਹ ਵੀ ਤਾਂ ਮਰੇ ਰਹੇ ਲੋਕ ਭੁੱਖ ਨਾਲ, ਮਤਲਬ ਹੋਰ ਸਰਕਾਰ ਮਾਰ ਦੇਵੇ ਫਿਰ ਗੱਲ ਖਤਮ ਹੈ। ਉੱਥੇ ਦਿੱਲੀ ਬੈਠੇ ਲੋਕ ਸੰਯੁਕਤ ਕਿਸਾਨ ਮੋਰਚੇ ਦਾ ਹੀ ਹਿੱਸਾ ਅਸੀਂ, ਦਿੱਲੀ ਇੰਨੇ ਚਿਰ ਦੇ ਬੈਠੇ ਲੋਕ ਫਿਰ ਮਾਰ ਦੇਣ, ਉਹਨਾਂ ਨੂੰ ਬੰਬਾਰਮੈਂਟ ਕਰ ਦੇਣ, ਗੱਲ ਖਤਮ ਹੋਣ। ਤੇ ਤੁਸੀਂ ਮੰਨਦੇ ਹੋ ਕਿ ਇਹ ਵੀ ਸੰਘਰਸ਼ ਜਿਹੜਾ ਤੁਹਾਡਾ ਜ਼ਿਆਦਾ ਚੱਲੇਗਾ ਜੀ? ਬਿਲਕੁਲ ਚੱਲੇਗਾ ਇਹ ਸੰਘਰਸ਼। ਲੋਕਾਂ ਨੂੰ ਦੇਖੋ, ਅਸੀਂ ਤਾਂ ਬੇਨਤੀ ਕਰਦੇ ਸਰਕਾਰ ਨੂੰ, ਇਹ ਤਾਂ ਹੱਦ ਹੈ। ਅਸੀਂ 4 ਤਰੀਕ ਤਾਂ ਹੀ ਰੱਖੀ, ਅਸੀਂ ਕੱਲ ਨਹੀਂ ਰੱਖਦਾ, ਅਸੀਂ ਪਰਸੋਂ ਨਹੀਂ ਰੱਖਦਾ। ਅਸੀਂ ਕਿਹਾ ਵੀ ਉਦੋਂ ਤੱਕ ਦੋ ਇਹ ਜੋ ਮੁਆਵਜ਼ਾ ਬਣਦਾ ਸਰਕਾਰ ਨੂੰ ਦੇਣਾ ਚਾਹੀਦਾ। ਅਗਰ 4 ਤਰੀਕ ਤੱਕ ਸਰਕਾਰ ਮੁਆਵਜ਼ਾ ਨਹੀਂ ਦਿੰਦੀ ਫਿਰ ਜਿਹੜਾ ਹੈ ਫਿਰ ਧਰਨਾ ਲਾਇਆ ਜਾਊਗਾ। ਸੰਘਰਸ਼ ਕਰੋਗੇ ਜੀ? ਬਿਲਕੁਲ ਸੰਘਰਸ਼ ਕਰੂੰਗੇ, ਲੋਕਾਂ ਦੇ ਸਹਿਯੋਗ ਨਾਲ ਕਰੂੰਗੇ। ਸਾਰਾ ਇਲਾਕਾ ਇਕੱਠਾ ਹੋਣ ਨੂੰ ਤਿਆਰ ਹੈ, ਬਾਰ-ਬਾਰ ਪਹਿਲਾਂ ਵੀ ਹੁੰਦੇ ਆਏ ਆ। ਇਹ ਇੱਥੇ ਬੜੌਦੀ ਤੱਕ ਨਹੀਂ, ਅੱਗੇ ਵੀ ਲੈ ਕੇ ਜਾਊਂਗੇ, ਅਸੀਂ ਚੰਡੀਗੜ੍ਹ ਲੈ ਕੇ ਜਾਊਂਗੇ ਧਰਨੇ ਨੂੰ। ਕੀ ਨਾਮ ਹੈ ਜੀ ਤੁਹਾਡਾ? ਮੇਰਾ ਦਲਵਿੰਦਰ ਸਿੰਘ ਬੈਨੀਪਾਲ ਹੈ ਜੀ। ਅੱਜ ਜਿਹੜੀ ਕਿਸਾਨ ਜਥੇਬੰਦੀਆਂ ਦੇ ਵੱਲੋਂ ਲੋਕ ਹਿੱਤ ਕਮਿਸ਼ਨ ਦੇ ਉਰੇ ਅਹੁਦੇਦਾਰ ਆਏ ਨੇ, ਅੱਜ ਜਿਹੜੀ ਮੀਟਿੰਗ ਕਰੀ ਗਈ ਹੈ, ਕੀ ਕਹਿਣਾ ਚਾਹੁੰਦੇ ਹੋ ਜੀ? ਅਸੀਂ ਬੜੌਦੀ ਟੋਲ ਪਲਾਜ਼ਾ ਲੋਕ ਹਿੱਤ ਕਮਿਸ਼ਨ ਦੇ ਮੈਂਬਰ ਹਾਂ ਜੀ। ਸਾਡੇ ਕੋਲ ਇਹ ਨਗਰ ਪਿੰਡਾਂ ਦੇ ਗਏ ਤੇ ਜੀ, ਵੀ ਸਾਨੂੰ ਸਾਲ ਹੋ ਗਿਆ ਜੀ, ਨਾ ਸਾਨੂੰ ਕੋਈ ਪੈਸਾ, ਲਾਰੇ ਲਾਏ ਜਾਂਦੇ ਆ, ਐਸਡੀਐਮ ਲਾਰੇ ਜਾਂਦਾ, ਪਟਵਾਰੀ ਕੰਨਗੋ ਜੋ ਵੀ ਆਉਂਦੇ, ਤਹਿਸੀਲਦਾਰ ਆ ਲਿਆ ਉਰੇ, ਕੁਛ ਨਹੀਂ ਇਹਨਾਂ ਨੇ ਦਿੱਤਿਆ ਹੁਣ ਤੱਕ। ਕਾਹਦਾ ਨਹੀਂ ਦਿਆ ਜੀ? ਇਹ ਗੜੇ ਪੈ ਗਏ ਤੇ ਉਰੇ ਪਿਛਲੇ ਸਾਲ। ਹਾਂ, ਇਹਨਾਂ ਨੇ ਇੰਨਾ ਮਤਲਬ ਰੂਸਾ ਵਾਸਤੇ ਹੈਗਾ ਜੀ ਅਮਰਿੰਦਰ ਸਰਕਾਰ ਕੋਲ ਪੈਸਾ, ਉਹਦੇ ਨਿਆਣੇ ਦੀ ਪੜ੍ਹਾਈ ਫ੍ਰੀ ਉਰੇ, ਵੀ ਇਹ ਕਿਸਾਨਾਂ ਵਾਸਤੇ ਜਿਹੜੇ ਰੋਜ਼ ਵਿਚਾਰੇ ਆਪਣੇ ਕਮਾਈ ਕਰਦੇ ਆ, ਇਹਨਾਂ ਵਾਸਤੇ ਪੈਸਾ ਨਹੀਂ ਦੇਣਾ। 1 ਮਿੰਟ ਦਾ ਕੰਮ ਹੈ ਸਰਕਾਰ ਵਾਸਤੇ ਦੇਣਾ। ਤੇ ਹੁਣ ਜਿਹੜਾ ਕਿਆ ਉਰੇ ਜਿਹੜਾ ਡਿਸੀਜਨ ਲਿੱਤਾ ਗਿਆ ਇਸ ਮੀਟਿੰਗ ਦੇ ਵਿੱਚ? ਐਡੀਸ਼ਨ ਪਨਾ ਟੋਲ ਪਲਾਜ਼ਾ ਬੜੌਦੀ ਸੜਕ ਘੇਰਨੀ ਆ, ਉੱਥੇ ਰੋਕਣੀ ਆ ਜਦ ਤੱਕ ਕੋਈ ਅਫਸਰ ਆਉਂਦਾ ਨਹੀਂ, ਵੀ ਮੈਂ ਤੁਹਾਨੂੰ ਪੇਮੈਂਟ। ਇਹ ਕਿੰਨੇ ਦਿਨ ਦੀ ਸਰਕਾਰ ਨੂੰ ਚੇਤਾਵਨੀ ਦਿੱਤੀ ਹੈ, ਕਦੋਂ ਇਹ ਕੰਮ ਕਰਨਾ ਹੈ ਤੁਸੀਂ? ਇਹ 4 ਤਰੀਕ ਤੱਕ ਟਾਈਮ ਦੇ ਦਿੱਤੇ ਆਪਾਂ ਨੇ। ਅੱਛਾ, ਜੇ 4 ਤੱਕ ਨੇ ਆ ਤਾਂ ਕਿਸਾਨਾਂ ਨੂੰ ਬੁਲਾ ਕੇ ਚੈੱਕ ਦੇ ਦੇਵੇਂ, ਜੋ ਬਣਦਾ ਮਾਜਵਾ ਇਹਦਾ 25000 ਰੁਪਏ ਏਕੜ ਦਾ, ਨਹੀਂ ਫਿਰ ਅਸੀਂ ਤਾਂ ਕਰਨਾ ਹੀ ਕਰਨਾ। ਉੱਥੇ ਲੱਖ ਦੀ ਡਿਮਾਂਡ ਹੈ ਜੀ। ਕੀ ਨਾਮ ਹੈ ਜੀ ਤੁਹਾਡਾ? ਮੇਰਾ ਨਾਮ ਬਲਜੀਤ ਸਿੰਘ, ਸਰਪੰਚ ਤਕਧਾਣਾ ਪਿੰਡ ਤੋਂ ਜੀ। ਅੱਛਾ, ਜਿਹੜਾ ਅੱਜ ਕੀ ਰੌਲਾ ਕੀ ਹੈ ਜੀ? ਮੁਆਵਜ਼ੇ ਦੀ ਕਿਹੜੀ ਗੱਲ ਕਰ ਰਹੇ ਹੋ? ਕੀ ਹੈ ਜੀ ਇਹ ਅਸਲ ਸੱਚਾਈ ਕੀ ਹੈ? ਕਿੰਨੀ ਦੇਰ ਹੋ ਗਈ ਜਿਹੜੀ ਹੈ ਉਹ ਮੁਆਵਜ਼ੇ ਨੂੰ? ਪਿਛਲੇ ਸਾਲ ਦਾ ਰੌਲਾ ਪੈ ਰਿਹਾ ਹੈ ਜੀ, ਕੀ ਹੈ ਜੀ ਇਹ? ਹਾਂਜੀ, ਪਿਛਲੇ ਸਾਲ ਸਾਡੇ ਪਿੰਡਾਂ 7-8 ਪਿੰਡਾਂ 'ਚ ਮਾਰਚ ਦੇ ਮਹੀਨੇ ਗੜੇਮਾਰੀ ਹੋਈ ਸੀ, ਉਹਦੇ ਨਾਲ ਸਾਡੀਆਂ ਫਸਲਾਂ ਦਾ ਟੋਟਲ ਨੁਕਸਾਨ ਹੋ ਗਿਆ ਸੀ। ਉਹਦੇ ਸੰਬੰਧ ਦੇ ਵਿੱਚ ਫਿਰ ਐਸਡੀਐਮ ਸਾਹਿਬ ਆਏ ਸੀ ਉਰੇ, ਉਹਨਾਂ ਨੇ ਮੁਆਇਨਾ ਕੀਤਾ ਤੇ ਗਰਦੌਰੀ ਹੋਈ, ਗਰਦੌਰੀ ਦਾ ਆਰਡਰ ਹੋਏ, ਗਰਦੌਰੀ ਹੋਏਗੀ ਤੇ ਸਾਰਾ ਕੇਸ ਤਿਆਰ ਹੋ ਕੇ ਐਸਡੀਐਮ ਵੱਲੋਂ ਡੀਸੀ ਆਫ ਦਫ਼ਤਰ ਭੇਜ ਦਿੱਤਾ ਗਿਆ, ਪਰ ਮੁਆਵਜ਼ਾ ਨਹੀਂ ਸਾਡੇ ਤੱਕ ਨਹੀਂ ਪਹੁੰਚਿਆ। ਹੁਣ ਸਾਰੇ ਕਿਸਾਨ ਮੰਗ ਕਰਦੇ ਆ ਵੀ ਸਾਨੂੰ ਇਹਦਾ ਮੁਆਵਜ਼ਾ ਦਿੱਤਾ ਜਾਵੇ, ਜੋ ਕਿ ਸਾਡਾ ਟੋਟਲ ਨੁਕਸਾਨ ਹੋਇਆ 8-10 ਪਿੰਡਾਂ ਦਾ। ਇਹ ਸਰਕਾਰ ਨੂੰ ਕੀ ਚੇਤਾਵਨੀ ਦਿੱਤੀ ਹੈ ਇਸ ਮੀਟਿੰਗ ਦੇ ਰਾਹੀਂ ਤੁਸੀਂ? ਇਹ ਪਹਿਲਾਂ ਤਾਂ ਅਸੀਂ ਸਰਕਾਰ ਨੂੰ ਬੇਨਤੀ ਕਰਦੇ ਹਾਂ ਵੀ ਸਾਨੂੰ ਇਹਦਾ ਮੁਆਵਜ਼ਾ ਛੇਤੀ ਦੇ ਦਿਓ, ਤੇ ਅਗਰ ਮੁਆਵਜ਼ਾ ਨਹੀਂ ਮਿਲਦਾ ਤੇ 4 ਤਰੀਕ ਨੂੰ ਫਿਰ ਅਸੀਂ ਇੱਥੇ ਟੋਲ ਪਲਾਜ਼ਾ ਤੇ ਬੜੌਦੀ ਸਾਰੇ ਕਿਸਾਨਾਂ ਦਾ ਜਾਮ ਲਾਉਣ ਦਾ ਪ੍ਰੋਗਰਾਮ ਬਣਿਆ। ਸੋ ਅਸੀਂ ਤਾਂ ਇਹਨੂੰ ਸਰਕਾਰ ਨੂੰ ਇਹੀ ਪਹਿਲਾਂ ਕਹੂੰਗੇ ਵੀ ਨਾ ਇਹੋ ਜਿਹਾ ਕੰਮ ਕਿਸਾਨਾਂ ਨੂੰ ਕੋਈ ਇਹੋ ਜਿਹਾ ਕਦਮ ਚੱਕਣਾ ਪਵੇ, ਪਹਿਲਾਂ ਹੀ ਉਹਨਾਂ ਦਾ ਮੁਆਵਜ਼ਾ ਦਿੱਤਾ ਜਾਵੇ। ਬਹੁਤ ਸਮਾਂ ਹੋ ਗਿਆ, ਅਸੀਂ ਕੋਈ ਕਾਹਲੀ ਨਹੀਂ ਕਰਦੇ, ਪਿਛਲੇ 14 ਮਹੀਨੇ ਹੋ ਗਏ ਮੁਆਵਜ਼ਾ ਮਿਲਣ ਦੀ ਪਹਿਲਾਂ ਹੀ ਬਹੁਤ ਦੇਰੀ ਹੋ ਚੁੱਕੀ ਹੈ। ਸੋ ਕੁਝ ਕਰੋਨਾ ਨਾਲ ਲਿਜਾਤੇ ਸੀ ਵਿੱਚ, ਉਹ ਵੀ ਬਿਮਾਰੀ ਨੇ ਸਾਨੂੰ ਕਾਫੀ ਲਾਸ ਕਰਿਆ। ਕੁਝ ਪਹਿਲਾਂ ਫਸਲਾਂ ਦਾ ਨੁਕਸਾਨ ਹੋ ਗਿਆ, ਉਸ ਤੋਂ ਬਾਅਦ ਬਿਮਾਰੀ ਆ ਗਈ ਤੇ ਕਿਸਾਨ ਦੀ ਹਾਲਤ ਸਾਡੇ ਤੰਤਰ ਜਾਂ ਬਹੁਤ ਜ਼ਿਆਦਾ ਮਾੜੀ ਹੈ। ਤੇ ਸਰਕਾਰ ਨੂੰ ਇਹਨੂੰ ਪਹਿਲ ਦੇ ਆਧਾਰ ਤੇ ਸੋਚਣਾ ਚਾਹੀਦਾ ਤੇ ਛੇਤੀ ਤੋਂ ਛੇਤੀ ਸਾਨੂੰ ਇਹਦਾ ਮੁਆਵਜ਼ਾ ਦੇਣਾ ਚਾਹੀਦਾ। ਜਿਹੜੀ ਮੀਟਿੰਗ ਹੋਈ ਹੈ ਕਿਸਾਨਾਂ ਦੀ, ਕੀ ਕਹਿਣਾ ਚਾਹੁੰਦੇ ਹੋ? ਕੀ ਕਹੋਗੇ ਜੀ? ਅਸੀਂ ਤਾਂ ਇਹ ਕਹਿਣਾ ਚਾਹੁੰਦੇ ਜੀ, ਜੋ ਸਾਡਾ ਪਿੰਡ ਦਾ ਨੁਕਸਾਨ 7 ਪਿੰਡਾਂ 8 ਦਾ ਨੁਕਸਾਨ ਹੋਇਆ ਜੀ, ਉਹਦੇ ਬਾਰੇ ਮੈਂ 3 ਵਾਰ ਖੁਦ ਐਸਡੀਐਮ ਸਾਹਿਬ ਨੂੰ ਮਿਲਿਆ ਤੇ ਐਮਐਲਏ ਸਾਹਿਬ ਨੂੰ ਮਿਲਿਆ। ਉਹ ਐਸਡੀਐਮ ਸਾਹਿਬ ਨੇ ਕਹਿ ਦਿੱਤਾ ਜੀ ਅਸੀਂ ਜੋ ਸਾਡੀ ਕਾਰਵਾਈ ਸੀ ਮੇਰੇ ਹੱਕ ਵਿੱਚ ਮੈਂ ਅੱਗੇ ਭੇਜਤੀ, ਅੱਗੇ ਡੀਸੀ ਸਾਹਿਬ ਨੇ ਕਰਨਾ ਜੀ। ਐਮਐਲਏ ਸਾਹਿਬ ਨੂੰ ਮਿਲਿਆ ਤਾਂ ਉਹ ਕਹਿੰਦੇ ਵੀ ਅਸੀਂ ਕਿਹਾ ਜੀ ਅਸੀਂ ਤੁਹਾਨੂੰ ਆਪਣੇ ਇਲਾਕੇ 'ਤੇ ਐਮਐਲਏ ਬਣਾ ਕੇ ਭੇਜਿਆ ਜੀ, ਤੁਹਾਨੂੰ ਜੋ ਅਖਤਿਆਰ ਹੈ ਸਾਡੀ ਹੈਲਪ ਕਰੋ। ਉਹ ਕਹਿੰਦੇ ਸਾਡੀ ਸਰਕਾਰ ਨਹੀਂ ਜੀ ਹੈ ਮੂਹਰੇ ਦੇ ਵੀ ਸਾਨੂੰ ਕਹਿੰਦੇ ਜੀ। ਅਸੀਂ 3 ਵਾਰ ਕਿਸਾਨ ਯੂਨੀਅਨ ਨਾਲ ਜਾ ਕੇ ਮੈਂ ਐਸਡੀਐਮ ਨੂੰ ਕਿਹਾ ਜੀ, ਬਾਰ-ਬਾਰ ਜਾਂਦੇ ਰਹੇ ਅਸੀਂ ਜੀ, ਉਹਨਾਂ ਨੇ ਸਾਨੂੰ ਇਹੀ ਪੋਟਾ ਪਕੜਿਆ ਜੀ ਅਸੀਂ ਡੀਸੀ ਸਾਹਿਬ ਦਾ ਤੁਹਾਡੇ ਹੁਣ ਜਿਹੜਾ ਹੈ ਮੀਟਿੰਗ ਦੇ ਵਿੱਚ ਕੀ ਡਿਸੀਜਨ ਲਿੱਤਾ ਗਿਆ? ਡਿਸੀਜਨ ਤਾਂ ਇਹ ਹੈ ਜੀ, ਜੇ ਤਾਂ ਅਸੀਂ 4 ਤਰੀਕ ਦਾ ਅਲਟੀਮੇਟਮ ਦਿੱਤਾ ਹੈ, 4 ਤਰੀਕ ਤੱਕ ਸਾਨੂੰ ਮੁਆਵਜ਼ਾ ਮਿਲਣਾ ਚਾਹੀਦਾ ਹੈ ਜੀ, ਨਹੀਂ ਤਾਂ ਅਸੀਂ ਸੰਘਰਸ਼ ਕਰਾਂਗੇ ਜੀ ਪੂਰੇ। ਹਾਂਜੀ, ਅੱਜ ਅਸੀਂ ਪਹੁੰਚੇ ਹਾਂ ਪਿੰਡ ਮੁੰਦੋਂ ਦੇ ਵਿੱਚ। ਐਸੇ ਤਰ੍ਹਾਂ ਪਿਛਲੇ 14 ਮਹੀਨੇ ਪਹਿਲਾਂ ਵੀ ਅਸੀਂ ਪਹੁੰਚੇ ਸੀਗੇ ਜਦੋਂ ਇੱਥੇ ਗੜੇਮਾਰੀ ਹੋਈ ਸੀ।
ਅਸੀਂ ਦੂਜੇ ਦਿਨ ਪਹੁੰਚੇ ਸੀਗੇ ਤਕਰੀਬਨ 11 ਕੁ ਵਜੇ। ਉਸ ਟਾਈਮ ਦੇ ਵਿੱਚ ਵੀ ਅਸੀਂ ਆਪ ਆਪਣੀ ਅੱਖਾਂ ਨਾਲ ਖੇਤਾਂ ਦੇ ਵਿੱਚ ਬਰਫ਼ ਪਈ ਦੇਖੀ। ਐਡਾ ਭਾਰੀ ਨੁਕਸਾਨ ਸੀਗਾ ਕਿ ਬਿਲਕੁਲ ਹੀ ਜਿਵੇਂ ਆ ਰੋਡ ਹੈ ਸਾਫ਼ ਐਦਾਂ ਦਾ ਹੋ ਗਿਆ ਸੀ। ਬਹੁਤ ਜ਼ਿਆਦਾ ਨੁਕਸਾਨ ਸੀਗਾ, ਅਸੀਂ ਆਪਣੇ ਖੁਦ ਦੇਖਿਆ। ਤੇ ਸਾਰੇ ਪਿੰਡਾਂ ਦੇ ਲੋਕ ਪੂਰੇ ਜਿੱਥੇ ਤੱਕ ਇਹਨਾਂ ਦੀ ਵਾਹ ਲੱਗੀ ਆ ਪਹੁੰਚੇ ਨੇ ਉੱਥੇ, ਪਰ ਕਿਸੇ ਨੇ ਵੀ ਇਹਨਾਂ ਦੀ ਵਾਹ ਨਹੀਂ ਹੁਣ ਤੱਕ ਫੜੀ। ਮੁਆਵਜ਼ਾ ਕੋਈ ਨਹੀਂ ਮਿਲਿਆ, 1 ਸਾਲ ਹੋ ਗਿਆ ਬਿਲਕੁਲ ਨਹੀਂ, 14 ਮਹੀਨੇ ਹੋ ਗਏ, ਕੋਈ ਮੁਆਵਜ਼ਾ ਨਹੀਂ ਮਿਲਿਆ ਹੈ। ਪਰ ਹੁਣ ਲਾਸਟ ਵਿੱਚ ਅੰਤ ਨੂੰ ਆ ਕੇ 4 ਤਰੀਕ ਅਸੀਂ ਦਿੱਤੀ ਹੈ ਤਾਂ ਕਿ ਵੱਡਾ ਇਕੱਠ ਕਰਕੇ ਬੜੌਦੀ ਟੋਲ ਪਲਾਜ਼ੇ ਤੇ ਰੋਡ ਜਾਮ ਕੀਤਾ ਜਾਵੇਗਾ। ਤੁਸੀਂ ਸੁਣਿਆ ਕਿ ਲੋਕ ਹਿੱਤ ਕਮਿਸ਼ਨ ਦੇ ਮੈਂਬਰਾਂ ਵੱਲੋਂ ਜਿਹੜਾ ਹੈ ਸਰਕਾਰ ਨੂੰ ਚੇਤਾਵਨੀ ਦਿੱਤੀ ਗਈ ਹੈ ਕਿ ਆਉਣ ਵਾਲੀ 4 ਤਰੀਕ ਤੱਕ ਅਗਰ ਕਿਸਾਨਾਂ ਨੂੰ ਜਿਹੜਾ ਹੈ ਉਹ ਗੜੇਮਾਰੀ ਦੇ ਵਿੱਚ ਜੋ ਫਸਲਾਂ ਦਾ ਨੁਕਸਾਨ ਹੋਇਆ ਤਾਂ ਪਿਛਲੇ ਸਾਲ ਅਗਰ ਉਸ ਦਾ ਮੁਆਵਜ਼ਾ ਕਿਸਾਨਾਂ ਨੂੰ ਨਹੀਂ ਦਿੱਤਾ ਗਿਆ ਤਾਂ ਜਿਹੜਾ ਹੈ 4 ਤਰੀਕ ਨੂੰ ਜਿਹੜਾ ਹੈ ਟੋਲ ਪਲਾਜ਼ਾ ਬੜੌਦੀ ਦੇ ਉੱਤੇ ਜਿਹੜਾ ਹੈ ਸੜਕ ਨੂੰ ਜਾਮ ਕਰ ਦਿੱਤਾ ਜਾਵੇਗਾ ਅਣਮਿੱਥੇ ਸਮੇਂ ਲਈ। ਤੇ ਉਹਨਾਂ ਨੇ ਕਿਹਾ ਹੈ ਕਿ ਇਹ ਸਾਡਾ ਸੰਘਰਸ਼ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਸਰਕਾਰ ਤੇ ਪ੍ਰਸ਼ਾਸਨ ਜਿਹੜਾ ਹੈ ਕਿਸਾਨਾਂ ਨੂੰ ਮੁਆਵਜ਼ਾ ਨਹੀਂ ਦਿੰਦੀ। ਹੁਣ ਦੇਖਣਾ ਇਹ ਹੋਵੇਗਾ ਕਿ ਇਹ ਖਬਰ ਲੱਗਣ ਤੋਂ ਬਾਅਦ ਸਰਕਾਰ ਕਿੰਨਾ ਕਿਸਾਨਾਂ ਨੂੰ ਮੁਆਵਜ਼ਾ ਦੇਣ ਦੇ ਵਿੱਚ ਕਾਮਯਾਬ ਹੁੰਦੀ ਹੈ। ਕਿਸਾਨਾਂ ਨੂੰ ਆਪਣਾ ਸੰਘਰਸ਼ ਕਰਨਾ ਪਵੇਗਾ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ। ਕੁਰਾਲੀ ਤੋਂ ਡੇਵਿਡ ਵਰਮਾ ਦੀ ਖਾਸ ਰਿਪੋਰਟ।